Welcome back, dear students. So next article है equation of the orbit in inverse square force field. Now ਹੁਣ ਅਸੀਂ equation of orbit ਨੂੰ solve ਕਰਾਂਗੇ ਕਿਸ ਤਰ੍ਹਾਂ ਦੇ force ਦੇ ਵਿੱਚ inverse square force field ਹੈ ਨਾ ਤੇ inverse square force field ਕਿੱਦਾਂ ਦਾ ਹੁੰਦਾ ਹੈ ਤਾਂ ਤੁਸੀਂ ਸੋਚੋ ਐਗਜ਼ਾਮਪਲ ਲੈ ਲੈਂਦੇ ਹਾਂ ਗ੍ਰੈਵਿਟੇਸ਼ਨਲ ਫੋਰਸ ਮੰਨ ਲਓ ਕੋਈ ਦੋ ਪਾਰਟੀਕਲ ਹੈ ਮਾਸ m1 m2 ਹੈ ਉਹਨਾਂ ਦੇ ਵਿੱਚ ਜਿਹੜਾ ਗ੍ਰੈਵਿਟੇਸ਼ਨਲ ਫੋਰਸ ਹੈ ਉਹ ਕਿਹਦੇ ਬਰਾਬਰ ਹੋਊਗਾ g m1 m2 ਅਪੋਨ r ਸਕੁਅਰ ਵੇਅਰ g ਇਜ਼ ਦਾ ਗ੍ਰੈਵਿਟੇਸ਼ਨਲ ਕਾਂਸਟੈਂਟ ਹੈ ਨਾ ਤੇ ਉਹ ਜਿਹੜਾ ਫੋਰਸ ਹੈ ਉਹ ਡਿਸਟੈਂਸ ਦੇ ਨਾਲ ਘਟਦਾ ਜਾ ਰਿਹਾ ਹੈ ਕਿੰਨੇ ਪਾਵਰ ਨਾਲ r ਸਕੁਅਰ ਨਾਲ ਠੀਕ ਹੈ ਇਸ ਤਰ੍ਹਾਂ ਦਾ ਜਿਹੜਾ ਫੋਰਸ ਹੁੰਦਾ ਇਹ ਕਿਹੜਾ ਹੁੰਦਾ ਇਨਵਰਸ ਸਕੁਅਰ ਫੋਰਸ ਫੀਲਡ ਇਸੇ ਤਰ੍ਹਾਂ ਇੱਕ ਹੋਰ ਪਪੂਲਰ ਫੋਰਸ ਹੈ ਜਿਹੜਾ ਤੁਸੀਂ ਪੜ੍ਹਿਆ ਹੋਇਆ ਹੁਣ ਕਿਹੜਾ ਹੈ ਇਲੈਕਟ੍ਰੋਸਟੈਟਿਕ ਫੋਰਸ ਦੋ ਚਾਰजेस ਦੇ ਵਿੱਚ ਜਿਹੜਾ ਹੁੰਦਾ ਹੈ ਨਾ ਵਿਚ ਇਜ਼ ਆਲਸੋ ਇਕੁਅਲਸ ਟੂ k q1 q2 ਅਪੋਨ r ਸਕੁਅਰ ਹੈ ਨਾ ਤੇ ਇਦਾਂ ਦਾ ਜਿਹੜਾ ਫੋਰਸ ਇਸ ਤਰ੍ਹਾਂ ਦਾ ਫੋਰਸ ਹੋਏਗਾ ਹੈ ਨਾ ਉਹਦੇ ਵਿੱਚ ਅਸੀਂ ਇਕੁਏਸ਼ਨ ਆਫ ਆਰਬਿਟ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਇਦਾਂ ਦੇ ਫੋਰਸ 'ਚ ਜੇਕਰ ਕੋਈ ਪਾਰਟੀਕਲ ਮੂਵ ਕਰ ਰਿਹਾ ਤਾਂ ਉਹਦਾ ਪਾਥ ਕਿੱਦਾਂ ਦਾ ਹੋਏਗਾ ਉਹਦੀ ਟ੍ਰੈਜੈਕਟਰੀ ਕਿੱਦਾਂ ਦੀ ਹੋਏਗੀ ਦੈਟ ਵੀ ਆਰ ਗੋਇੰਗ ਟੂ ਸਟੱਡੀ ਨਾਓ so let's begin from where we have left ਅਸੀਂ ਯਾਰ ਇਕੁਏਸ਼ਨ ਡਰਾਈਵ ਕਰ ਲਈ ਸੀਗੀ u ਨੂੰ 1/r ਪੁੱਟ ਕਰਤਾ ਹੈ ਨਾ ਤੇ ਜਿਹੜਾ ਸਾਡਾ ਫੋਰਸ ਹੋਏਗਾ ਹੈ ਨਾ ਇਨਵਰਸ ਸਕੁਅਰ ਫੋਰਸ ਹੋਏਗਾ ਉਹਦੀ ਫਾਰਮ ਕਿੱਦਾਂ ਦੀ ਹੋਏਗੀ -k/r ਸਕੁਅਰ ਜਿਹੜਾ ਕਿ ਇੱਕ ਕਾਂਸਟੈਂਟ ਹੈ ਇੱਥੇ ਮਾਈਨਸ ਸਿੰਬਲਾਈਜ਼ਸ ਕੀ ਅਟਰੈਕਟਿਵ ਫੋਰਸ ਦੀ ਗੱਲ ਕਰ ਰਹੇ ਹਾਂ ਤੇ r ਸਕੁਅਰ ਦੀ ਫਾਰਮ ਦੇ ਵਿੱਚ ਹੈ ਨਾ ਇਸ ਤਰ੍ਹਾਂ ਦਾ ਫੋਰਸ ਹੋਏਗਾ ਸਾਡਾ ਇਹਦੇ ਵਿੱਚ ਦੇਖੋ ਸਾਡੇ ਕੋਲ k = g m1 m2 ਹੈ ਅਗਰ ਗ੍ਰੈਵਿਟੇਸ਼ਨਲ ਹੈ ਔਰ q1 q2/4πε0 ਹੈ ਅਗਰ ਸਾਡੇ ਕੋਲ ਇਲੈਕਟ੍ਰੋਸਟੈਟਿਕ ਫੋਰਸ ਹੈ ਨਾ ਤਾਂ ਸਾਡਾ ਜਿਹੜਾ f of u ਹੈ ਜੋ ਸਿੰਪਲੀ ਕੈਨ ਬੀ ਰਿਟਨ ਐਜ਼ -k u ਸਕੁਅਰ 1/r ਜਾਂ r ਨੂੰ 1/u ਪੁੱਟ ਕਰਤਾ ਨਾ ਤਾਂ ਉਹ ਬਣ ਗਿਆ f of u = -k u ਸਕੁਅਰ ਚਲੋ ਅੱਗੇ ਚੱਲਦੇ ਹਾਂ ਤਾਂ ਸਾਡੀ ਜਿਹੜੀ ਇਕੁਏਸ਼ਨ ਹੈ ਰਾਜੇ ਉਹ ਕੀ ਬਣ ਜਾਏਗੀ ਇਟ ਵਿਲ ਬੀ d2u/d ਸਕੁਅਰ + u -μk/l ਸਕੁਅਰ = 0 ਹੁਣ ਸਾਡਾ ਨੈਕਸਟ ਟਾਰਗੇਟ ਕੀ ਹੋਏਗਾ ਕਿ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰੀਏ ਅਸੀਂ ਇਹਦਾ ਸੋਲੂਸ਼ਨ ਕੱਢੀਏ ਤਾਂ ਉੱਥੋਂ ਅਸੀਂ ਪਤਾ ਲਗਾਈਏ ਕਿ ਜਿਹੜਾ ਪਾਰਟੀਕਲ ਹੈ ਉਹ ਕਿੱਦਾਂ ਦਾ ਮੋਸ਼ਨ ਫੋਲੋ ਕਰ ਰਿਹਾ ਨਾ ਇਹਦੇ ਵਿੱਚ ਇਹਨੂੰ ਅਸੀਂ ਈਜ਼ੀ ਕਰਨ ਵਾਸਤੇ ਕੀ ਕਰਾਂਗੇ u -μk/l ਸਕੁਅਰ ਨੂੰ ਅਸੀਂ =x ਪੁੱਟ ਕਰ ਦਾਂਗੇ ਇੱਥੇ ਰਾਜੇ x ਪੁੱਟ ਕਰਤਾ ਹੁਣ ਇਹਨੂੰ ਡਿਫਰੈਂਸ਼ੀਏਟ ਕਰ ਦੇਵਾਂਗੇ ਵਿਦ ਰਿਸਪੈਕਟ ਟੂ ਥੀਟਾ ਨਾਓ ਲੈਫਟ ਸਾਈਡ ਕੀ ਬਣ ਜਾਏਗਾ du/d -μk/l ਸਕੁਅਰ ਤਿੰਨੋਂ ਟਰਮਸ ਹੀ ਕਾਂਸਟੈਂਟ ਇਹਨਾਂ ਦਾ ਡੈਰੀਵੇਟਿਵ ਕੀ ਹੋ ਜਾਏਗਾ 0 ਰਾਈਟ ਹੈਂਡ ਸਾਈਡ 'ਚ ਕੀ ਬਣ ਜਾਏਗਾ dx/d ਇਹਦਾ ਡਬਲ ਡੈਰੀਵੇਟਿਵ ਅਗੇਨ ਡੈਰੀਵੇਟਿਵ ਕਰ ਦਈਏ ਤਾਂ ਇਹ ਬਣ ਜਾਏਗਾ d2u/d ਸਕੁਅਰ d2x/d ਸਕੁਅਰ ਤਾਂ ਸਾਡੇ ਕੋਲ ਰਾਜੇ ਡਿਫਰੈਂਸ਼ੀਅਲ ਇਕੁਏਸ਼ਨ जो कि मच ईजीयर टू सॉल्व है d2x/d ਸਕੁਅਰ + x = 0 ਆ ਗਈ ਹੈ ਹੁਣ ਇਹਨੂੰ ਅਸੀਂ ਫਰਦਰ ਦੇਖਾਂਗੇ ਰਾਜੇ ਤਾਂ ਇਹਦੀ ਨਾ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਜਦੋਂ ਅਸੀਂ ਸੋਲਵ ਕਰਦੇ ਇਹਦੀ ਇੱਕ ਕਰੈਕਟਰਿਸਟਿਕ ਇਕੁਏਸ਼ਨ ਬਣਦੀ ਹੈ ਇਹਨੂੰ ਦੇਖ ਸਕਦੇ ਹਾਂ ਇਹਦੇ ਵਿੱਚ m² + 1 = 0 ਬਣਦੀ ਆ ਅਤੇ ਜਦੋਂ ਉਹਦੇ ਰੂਟਸ ਕੱਢੋਗੇ ਉਹ ਕੰਪਲੈਕਸ ਰੂਟਸ ਆਉਣਗੇ ਤੁਹਾਡੇ ਕੋਲ ਹੈ ਨਾ ਅਤੇ ਉਹਦਾ ਜਿਹੜਾ ਜਨਰਲ ਸੋਲਿਊਸ਼ਨ ਹੁੰਦਾ ਰਾਜੇ ਉਹ ਇਹ ਇਸ ਫਾਰਮ ਦੇ ਵਿੱਚ ਦਿੱਤਾ ਜਾਂਦਾ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋ ਵੀ ਕੈਨ ਰਾਈਟ ਦ ਜਨਰਲ ਸੋਲਿਊਸ਼ਨ ਆਫ ਦਿਸ ਇਕੁਏਸ਼ਨ ਇਜ਼ x = a cos θ - θ0 ਹੇਅਰ a ਇਜ਼ ਆਲਸੋ ਅ ਕਾਂਸਟੈਂਟ ਹੈ ਨਾ ਸੋ ਇਹਨੂੰ ਅਸੀਂ ਜਦੋਂ ਆਪਣੀ ਥਰਡ ਇਕੁਏਸ਼ਨ 'ਚ ਪੁੱਟ ਕਰ ਦਾਂਗੇ ਆਹ ਵਾਲੀ ਜਿਹੜੀ ਇਕੁਏਸ਼ਨ ਹੈ ਸਾਡੀ ਇਹਦੇ ਵਿੱਚ ਅਸੀਂ x ਦੀ ਵੈਲਿਊ ਨੂੰ ਪੁੱਟ ਕਰ ਦੇਵਾਂਗੇ ਦੈਨ ਯੂ ਵਿਲ ਗੈਟ ਦਿਸ ਇਕੁਏਸ਼ਨ u -μk/l ਸਕੁਅਰ = a cos of θ - θ0 ਰੀਅਰੇਂਜ ਕਰੋ u will be equals to μk/l ਸਕੁਅਰ + a cos of θ - θ0 u ਨੂੰ ਅਗੇਨ 1/r ਪੁੱਟ ਕਰ ਦਾਂਗੇ ਤਾਂ ਸਾਡੇ ਕੋਲ ਸੋਲਿਊਸ਼ਨ ਆ ਗਿਆ ਡਿਫਰੈਂਸ਼ੀਅਲ ਇਕੁਏਸ਼ਨ ਦਾ nice great so we have derived the solution of the above differential equation which is equals to 1/r ਕੀ ਕਹਿ ਰਿਹਾ equals to μk/l ਸਕੁਅਰ ਕਾਮਨ ਆਊਟ ਕੱਢ ਲਿਆ ਇਹਨੂੰ ਤਾਂ ਬ੍ਰੈਕਟ ਦੇ ਵਿੱਚ 1 ਆ ਗਿਆ ਪਲੱਸ ਇਹਨੂੰ ਮਲਟੀਪਲਾਈ ਹੋ ਗਿਆ ਇਹ cos θ ਨਾਲ ਸੋ ਦਿਸ ਇਜ਼ ਦਾ ਸੋਲਿਊਸ਼ਨ ਹੁਣ ਅਸੀਂ ਇਸ ਸੋਲਿਊਸ਼ਨ ਨੂੰ ਕੰਪੇਅਰ ਕਰਦੇ ਹਾਂ ਇਹਨੂੰ ਅਗਰ ਅਸੀਂ ਧਿਆਨ ਨਾਲ ਦੇਖੀਏ ਤਾਂ ਜਿਹੜਾ ਇਹ ਸੋਲਿਊਸ਼ਨ ਹੈ ਰਾਜੇ ਇਹ ਐਕਚੁਅਲ ਸਾਨੂੰ ਕੀ ਦੇ ਰਿਹਾ ਇਕੁਏਸ਼ਨ ਆਫ ਟ੍ਰੈਜੈਕਟਰੀ ਆਫ ਦਾ ਬਾਡੀ ਮੂਵਿੰਗ ਅੰਡਰ ਦਾ ਇਫੈਕਟ ਆਫ ਇਨਵਰਸ ਸਕੁਅਰ ਫੋਰਸ ਫੀਲਡ ਸੋ ਟ੍ਰੈਜੈਕਟਰੀ ਦੀ ਇਕੁਏਸ਼ਨ ਹੈ ਇਹ ਅਤੇ ਇਹਨੂੰ ਅਸੀਂ ਅਗਰ ਕੰਪੇਅਰ ਕਰੀਏ ਜਨਰਲ ਕੋਨਿਕਸ ਇਕੁਏਸ਼ਨ ਦੇ ਨਾਲ ਪਲੇਨ ਪੋਲਰ ਕੋਆਰਡੀਨੇਟਸ ਦੇ ਵਿੱਚ ਜੋ ਆਉਂਦੀ ਹੈ ਤਾਂ ਉਹ ਇਹ ਵਾਲੀ ਹੁੰਦੀ ਹੈ ਨਾਓ ਵਨ ਕੁਐਸਚਨ ਮਾਈਟ ਅਰਾਈਜ਼ ਟੂ ਯੋਰ ਮਾਈਂਡ ਕਿ ਕੋਨਿਕ
ਕਿੱਥੋਂ ਆ ਗਿਆ ਕੌਨਿਕ ਸੈਕਸ਼ਨ। ਸੋ ਰਾਜੇ ਕੌਨਿਕ ਸੈਕਸ਼ਨ ਐਕਚੁਅਲ ਵਿੱਚ ਕੀ ਹੁੰਦਾ ਬੇਟਾ ਕਿ ਇਹ ਨਾ ਇਹਦੇ ਵਿੱਚ ਕੀ ਹੁੰਦਾ, ਇਟ ਇਜ਼ the curve which is obtained from the intersection of a plane and a cone। ठीक है, it is the intersection of plane, as you can see here it is the intersection of plane and a cone। तो ਉੱਥੋਂ ਜਿਹੜੀ ਸਾਡੇ ਕੋਲ curve ਆਉਂਦੀ ਹੈ ਉਹ these are the conic section। ठीक है, ਸੋ ਇਹਦੇ ਵਿੱਚ ਜੇਕਰ ਇਸ ਤਰ੍ਹਾਂ intersection ਹੋ ਰਹੀ ਹੈ ਤਾਂ you will get first circle ਹੈ, ਇਸ ਤਰ੍ਹਾਂ ellipse ਹੈ, ਇਹ ਤੁਸੀਂ ਪਹਿਲਾਂ ਵੀ ਪੜ੍ਹ ਚੁੱਕੇ ਹੋ। ਸੋ ਵੀ ਆਰ ਰਿਵਾਈਜ਼ਿੰਗ ਦੈਟ। ਦੈਨ ਇਸ ਤਰ੍ਹਾਂ ਵਿੱਚ ਪੈਰਾਬੋਲਾ, ਇੱਦਾਂ ਜੇਕਰ ਪਲੇਨ ਕੱਟ ਕਰ ਰਿਹਾ ਇੰਟਰਸੈਕਟ ਕਰ ਰਿਹਾ ਤਾਂ ਹਾਈਪਰਬੋਲਾ। ਤਾਂ ਉਹਦੇ ਵਿੱਚ ਸਾਡੇ ਕੋਲ ਜਿਹੜੀ ਕੌਨਿਕ ਸੈਕਸ਼ਨ ਦੀ ਜਨਰਲ ਇਕੁਏਸ਼ਨ ਹੈ ਨਾ, ਤਾਂ ਅਗਰ ਉਹਨੂੰ ਅਸੀਂ ਪਲੇਨ ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ ਲਿਖੀਏ ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਬਣਦੀ ਹੈ। ਅਤੇ ਇਸ ਇਕੁਏਸ਼ਨ ਨੂੰ ਅਸੀਂ ਕੰਪੇਅਰ ਕਰਾਂਗੇ ਉੱਪਰ ਵਾਲੀ ਇਕੁਏਸ਼ਨ ਨਾਲ, ਤਾਂ ਇੱਥੋਂ ਸਾਡੇ ਕੋਲ ਐਲ ਦੀ ਵੈਲਿਊ ਈ ਦੀ ਵੈਲਿਊ ਆ ਜਾਂਦੀ ਹੈ ਨਾ। ਵਾਟ ਇਜ਼ ਐਲ ਐਂਡ ਈ? Here L is the semi-lattice rectum and E is the eccentricity of the conic। Now again let's see what is lattice rectum। याद करो lattice rectum actually ਕੀ ਹੁੰਦੀ ਹੈ, it passes through the focus and it is parallel to directrix। semi-lattice rectum ਕੀ ਹੋਏਗੀ ਬੇਟਾ? this one is the semi-lattice rectum, this one is the semi-lattice rectum। ठीक है जी। and another term also used there is eccentricity। eccentricity ਸਾਨੂੰ ਰਾਜੇ ਕੀ ਦੱਸਦੀ ਹੈ ਕਿ ਜਿਹੜੀ ਟ੍ਰੈਜੈਕਟਰੀ ਹੈ ਉਹ ਸਰਕਲ ਤੋਂ ਸਰਕੂਲਰ ਮੋਸ਼ਨ ਸਰਕੂਲਰ ਪਾਥ ਤੋਂ ਕਿੰਨਾ ਡਿਵੇਟ ਕਰ ਰਹੀ ਆ। ਠੀਕ ਹੈ, ਟ੍ਰੈਜੈਕਟਰੀ ਸਰਕੂਲਰ ਫਾਰਮ 'ਚੋਂ ਕਿੰਨਾ ਡਿਵੇਟ ਕਰ ਰਹੀ ਹੈ, ਦੈਟ ਇਜ਼ ਗਿਵਨ ਬਾਈ eccentricity। ਅਤੇ ਜੋ ਅਸੀਂ ਔਰਬਿਟ ਦਾ ਸੋਲਿਊਸ਼ਨ ਕੱਢਿਆ ਉਹਨੂੰ ਅਸੀਂ ਪਲੇਨ ਪੋਲਰ ਕੋਆਰਡੀਨੇਟਸ ਜੋ ਕੌਨਿਕ ਦੀ ਇਕੁਏਸ਼ਨ ਨਾਲ ਕੰਪੇਅਰ ਕਰਦੇ ਹਾਂ ਤਾਂ ਸਾਡੇ ਕੋਲ ਅਜੇ ਲੇਟੈਸਟ ਰੈਕਟਮ ਕਿਹਦੇ ਬਰਾਬਰ ਆਉਂਦਾ ਹੈ, ਐਲ ਸਕੇਅਰ ਬਾਈ ਮਿਊ ਕੇ। ਐਲ ਇਜ਼ ਕੌਨਸਟੈਂਟ, ਮਿਊ ਕੇ ਵੀ ਆਲ ਨੋ ਐਂਡ ਇਜ਼ ਆਲਸੋ ਕੌਨਸਟੈਂਟ। ਸੋ ਇੱਥੋਂ ਲੇਟੈਸਟ ਰੈਕਟਮ ਦੀ ਵੈਲਿਊ ਆ ਜਾਏਗੀ। ਦੈਨ ਇਸੈਂਟ੍ਰਿਸਿਟੀ ਹੈ ਰਾਜੇ ਉਹ ਐਲ ਸਕੇਅਰ ਏ ਬਾਈ ਮਿਊ ਕੇ 'ਤੇ ਡਿਪੈਂਡ ਕਰਦੀ ਆ। ਐਲ ਇਜ਼ ਦਾ ਐਂਗੂਲਰ ਮੋਮੈਂਟਮ, ਮਿਊ ਰਿਡਿਊਸਡ ਮਾਸ, ਕੇ ਇਜ਼ ਅ ਕੌਨਸਟੈਂਟ। ਇਹ ਦੈਟ ਵੀ ਨੀਡ ਟੂ ਫਾਈਂਡ ਆਊਟ, ਜੋ ਅਸੀਂ ਫਾਈਂਡ ਆਊਟ ਕਰਾਂਗੇ ਅਤੇ ਇੱਥੋਂ ਅੱਗੇ ਇਨਫਰ ਕਰਾਂਗੇ ਕਿ ਜਿਹੜੇ ਉਹ ਟ੍ਰੈਜੈਕਟਰੀ ਆ ਉਹ ਕਿਸ ਤਰ੍ਹਾਂ ਦੀ ਹੈ। ਤਾਂ ਜੇਕਰ ਈ ਐਸੈਂਟ੍ਰਿਸਿਟੀ ਲੈਸ ਦੈਨ 1 ਹੁੰਦੀ ਹੈ ਤਾਂ ਐਲਿਪਟੀਕਲ ਹੁੰਦੀ ਹੈ, ਇਕੁਅਲ ਟੂ 0 ਹੈ ਤਾਂ ਸਰਕੂਲਰ ਹੈ, ਇਕੁਅਲਸ ਟੂ 1 ਹੈ ਤਾਂ ਪੈਰਾਬੋਲਿਕ, ਗ੍ਰੇਟਰ ਦੈਨ 1 ਹੈ ਤਾਂ ਹਾਈਪਰਬੋਲਿਕ ਹੈ। ਸੋ ਲੈਟਸ ਮੂਵ ਫਰਦਰ। ਨੈਕਸਟ ਟੋਪਿਕ ਇਜ਼ ਟਰਨਿੰਗ ਪੁਆਇੰਟ। ਨਾਓ ਹੁਣ ਕੋਈ ਵੀ ਪਾਰਟੀਕਲ ਹੈ ਇਨਵਰਸ ਸਕੇਅਰ ਫੋਰਸ ਫੀਲਡ 'ਚ ਮੂਵ ਕਰ ਰਿਹਾ ਹੈ ਨਾ, ਤਾਂ ਓਬਵੀਅਸਲੀ ਇਟ ਵਿਲ ਮੂਵ ਐਂਡ ਦੇयर ਵਿਲ ਬੀ ਸਮ ਟਰਨਿੰਗ ਪੁਆਇੰਟਸ। ਨਾਓ ਵਾਟ ਬੇਸਿਕਲੀ ਅ ਟਰਨਿੰਗ ਪੁਆਇੰਟ? ਚਲੋ ਇੱਕ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਮੇਰੇ ਕੋਲ ਇੱਕ ਬਾਲ ਹੈ, ਉਹਨੂੰ ਮੈਂ ਉੱਪਰ ਥਰੋ ਕੀਤਾ ਤਾਂ ਉਹ ਆਪਣੇ ਹਾਈਐਸਟ ਪੁਆਇੰਟ 'ਤੇ ਜਾਏਗੀ ਅਤੇ ਇਟ ਵਿਲ ਕਮ ਬੈਕ, ਤਾਂ ਉਹਦਾ ਟਰਨਿੰਗ ਪੁਆਇੰਟ ਵਿਲ ਬੀ ਦਾ ਹਾਈਐਸਟ ਪੁਆਇੰਟ। ਐਂਡ ਅਗਰ ਤੁਹਾਨੂੰ ਯਾਦ ਹੋਏਗਾ ਹਾਈਐਸਟ ਪੁਆਇੰਟ 'ਤੇ ਜਿਹੜੀ ਵੈਲੋਸਿਟੀ ਕੀ ਹੋ ਜਾਂਦੀ ਹੈ, 0 ਹੋ ਜਾਂਦੀ ਹੈ ਅਤੇ ਜਿਹੜੀ ਕੈਨੇਟਿਕ ਐਨਰਜੀ ਵਿਲ ਬਿਕਮ 0। ਤਾਂ ਜਿਹੜੀ ਟੋਟਲ ਐਨਰਜੀ ਕਿਹਦੇ ਬਰਾਬਰ ਹੋ ਜਾਏਗੀ, ਇਟ ਵਿਲ ਬੀ ਓਨਲੀ ਪੋਟੈਂਸ਼ੀਅਲ ਐਨਰਜੀ। In the same way here also, what is the turning point? It is the point where the radial kinetic energy of the body becomes 0, that is total energy of the body becomes equal to its effective potential energy। The turning point ਤੇ ਜਿਹੜੀ kinetic energy 0 ਹੋ ਜਾਏਗੀ, velocity will be 0। ਠੀਕ ਹੈ, so that we have to find out। तो ਉਹਦੇ ਵਾਸਤੇ we know कि total energy is given as this we have derived already। turning point the first term kinetic energy, radial kinetic energy is equals to 0। so then our total energy is equals to effective potential energy। and since we are studying this motion in inverse square force field, ਉੱਥੇ potential energy ਨੂੰ u ਨੂੰ ਅਸੀਂ ਪੁੱਟ ਕਰ ਸਕਦੇ ਹਾਂ -k/r। ਜਦੋਂ ਇਹਨੂੰ ਅਸੀਂ ਪਲੱਗ ਇਨ ਕਰ ਦਾਂਗੇ ਰਾਜੇ, ਇੱਕ ਕੁਆਡਰੈਟਿਕ ਇਕੁਏਸ਼ਨ ਦੀ ਫਾਰਮ 'ਚ ਆ ਜਾਏਗੀ। ਕਿਹੜੀ ਹੋਏਗੀ, ਕਿਹਦੇ ਵਿੱਚ ਹੋਏਗੀ ਇਹ 1/r ਵਿੱਚ। ਠੀਕ ਹੈ, ਇਟ ਇਜ਼ ਅ ਕੁਆਡਰੈਟਿਕ ਇਕੁਏਸ਼ਨ ਇਨ 1/r। ਜਦੋਂ ਇਹਦਾ ਅਸੀਂ ਸੋਲਿਊਸ਼ਨ ਫਾਈਂਡ ਕਰਨਾ, ਵੀ ਨੋ ਸੋਲਿਊਸ਼ਨ ਆਫ ਕੁਆਡਰੈਟਿਕ ਇਕੁਏਸ਼ਨ ਇਜ਼ ਇਕੁਅਲਸ ਟੂ -b + ਸਕੇਅਰ ਰੂਟ ਆਫ b ਸਕੇਅਰ -4ac/2a। ਉਹਨੂੰ ਅਸੀਂ ਯੂਜ਼ ਕਰਦੇ ਹੋਏ 1/r ਦੀ ਵੈਲਿਊ ਫਾਈਂਡ ਆਊਟ ਕਰ ਦਾਂਗੇ ਤਾਂ ਸਾਡੇ ਕੋਲ ਅਜੇ 1/r ਕਿਹਦੇ ਬਰਾਬਰ ਆ ਜਾਏਗਾ, ਇਸ ਇਕੁਏਸ਼ਨ ਦੇ ਇਕੁਅਲ। ਐਂਡ ਦ ਨੈਕਸਟ ਸਟੈਪ ਅਗਰ ਪਲੱਸ ਹੋਏਗਾ ਤਾਂ ਸਾਡੇ ਕੋਲ ਮਿਨੀਮਮ ਵੈਲਿਊ ਆਏਗੀ, ਕਿਉਂਕਿ ਦੇਖੋ 1/r ਹੈ। ਠੀਕ ਹੈ, ਤਾਂ ਪਲੱਸ 'ਚ r ਮਿਨੀਮਮ ਆਏਗਾ ਐਂਡ ਮਾਈਨਸ 'ਚ 1/r ਮੈਕਸੀਮਾ ਆ ਜਾਏਗਾ, ਮੈਕਸੀਮਮ ਵੈਲਿਊ ਆ ਜਾਏਗੀ। ਠੀਕ ਹੈ ਬੇਟਾ,
ਪ੍ਰੀਵੀਅਸਲੀ ਅਸੀਂ ਆ ਵੀ ਡਰਾਈਵ ਕਰ ਚੁੱਕੇ ਹਾਂ, ਇਹਦੇ ਨਾਲ ਹੁਣ ਅਸੀਂ ਇਹਨੂੰ ਕੰਪੇਅਰ ਕਰ ਲਵਾਂਗੇ। ਅਗਰ ਅਸੀਂ ਥੀਟਾ ਮਾਈਨਸ ਥੀਟਾ ਨੋਟ ਨੂੰ ਇਕੁਅਲਸ ਟੂ 0 ਪੁੱਟ ਕਰੀਏ ਤਾਂ ਸਾਡੇ ਕੋਲ ਜਿਹੜਾ ਕਾਸ ਥੀਟਾ ਮਾਈਨਸ ਥੀਟਾ ਨੋਟ ਕਿਹਦੇ ਇਕੁਅਲ ਆ ਜਾਏਗਾ 1 ਦੇ। ਤਾਂ ਰਾਜੇ ਸਾਡੇ ਕੋਲ 1/r ਮਿਨੀਮਾ ਵਿਲ ਬੀ ਇਕੁਅਲਸ ਟੂ ਮਿਊ ਕੇ ਬਾਈ ਐਲ ਸਕੇਅਰ ਪਲਸ ਏ। Similarly, if you thus put angle this parameter theta minus theta naught equals to pi, you will get cos theta minus theta naught equals to -1. So our 1/r maximum equals to mu k by l square minus 1. ਇਹਨਾਂ ਸਾਰੀਆਂ ਇਕੁਏਸ਼ਨਸ ਨੂੰ ਅਸੀਂ ਜਦੋਂ ਕੰਪੇਅਰ ਕਰਾਂਗੇ ਦਿਸ ਸਟਾਰ ਵਾਲੀ ਇਕੁਏਸ਼ਨ ਤੇ ਹੈਸ਼ ਵਾਲੀ ਇਕੁਏਸ਼ਨਸ ਨੂੰ ਕੰਪੇਅਰ ਕਰਾਂਗੇ ਤਾਂ ਤੁਹਾਡੇ ਕੋਲ a ਦੀ ਵੈਲਿਊ ਆ ਜਾਏਗੀ। ਹੁਣ ਇਹ ਜੋ a ਦੀ ਵੈਲਿਊ ਆਈ ਹੈ ਇਹਨੂੰ ਅਸੀਂ ਜਿਹੜਾ ਇਸੈਂਟ੍ਰਿਸਿਟੀ ਦਾ ਫਾਰਮੂਲਾ ਸੀ E ਦਾ ਡਰਾਈਵ ਕੀਤਾ ਸੀ ਉੱਪਰ ਇਸ ਵਾਲੇ ਫਾਰਮੂਲੇ 'ਚ ਪਲੱਗ ਇਨ ਕਰ ਦਾਂਗੇ। ਇਹ ਜੋ ਸਾਡੀ a ਦੀ ਵੈਲਿਊ ਆਈ ਆ ਇਸੈਂਟ੍ਰਿਸਿਟੀ ਦੀ ਫਾਰਮੂਲਾ 'ਚ ਅਸੀਂ ਪੁੱਟ ਕਰ ਦਾਂਗੇ। ਸੋ ਯੂ ਵਿਲ ਗੈਟ ਦਿਸ ਕਿ ਸਾਡੇ ਕੋਲ ਜੋ E ਹੈ ਇਸੈਂਟ੍ਰਿਸਿਟੀ ਇਜ਼ ਇਕੁਅਲਸ ਟੂ ਦਿਸ, ਠੀਕ ਹੈ, ਮਲਟੀਪਲਾਈ ਵਗੈਰਾ ਕਰ ਦੂੰਗਾ, ਫਾਈਨਲੀ ਯੂ ਵਿਲ ਗੈਟ E ਇਕੁਅਲਸ ਟੂ ਦਿਸ। ਹੁਣ ਇਸ E ਦੀ ਵੈਲਿਊ ਤੋਂ ਅਸੀਂ ਇਨਫਰ ਕਰ ਦਾਂਗੇ ਕਿ ਪਾਥ ਕਿੱਦਾਂ ਦਾ ਹੋਏਗਾ, ਹੈ ਨਾ। ਤਾਂ ਉੱਥੇ ਅਸੀਂ 1/r ਮਿਨੀਮਾ ਵੀ ਕੱਢ ਸਕਦੇ ਹਾਂ E ਦੀ ਵੈਲਿਊ ਨੂੰ ਪੁੱਟ ਕਰਦੇ ਹੋਏ, ਹੈ ਨਾ, ਅਤੇ 1/r ਮੈਕਸੀਮਾ ਮਿਨੀਮਾ ਦੋਨੋਂ ਫਾਈਂਡ ਆਊਟ ਕਰ ਸਕਦੇ ਹੋ ਤੁਸੀਂ। ਪਲੱਸ ਜਿਹੜਾ E ਹੈ ਰਾਜੇ ਇਹਦੇ ਵਿੱਚ ਸਾਡੇ ਕੋਲ ਟਰਮਸ ਕਿਹੜੀਆਂ ਆ ਰਹੀਆਂ 1 + 2 ਕੈਪੀਟਲ E ਹੇਅਰ ਡਿਨੋਟਸ ਐਨਰਜੀ, L ਸਕੇਅਰ ਐਂਗੂਲਰ ਮੋਮੈਂਟਮ, ਮਿਊ ਕੇ, L ਸਕੇਅਰ ਬਾਈ ਮਿਊ ਕੇ ਸਕੇਅਰ ਜਿਹੜਾ ਹੈ ਇਹ ਤਾਂ ਕਾਂਸਟੈਂਟ ਹੀ ਟਰਮ। ਨੈਕਸਟ ਕੀ ਰਹਿ ਗਿਆ E ਐਨਰਜੀ। ਹੁਣ ਅਗਰ ਜੇਕਰ ਐਨਰਜੀ ਗ੍ਰੇਟਰ ਦੈਨ 0 ਹੈ ਤਾਂ ਉਹਦੀ ਟ੍ਰੈਜੈਕਟਰੀ ਕਿਹੜੀ ਹੋਗੀ ਹਾਈਪਰਬੋਲਿਕ, ਇਕੁਅਲਸ ਟੂ 0 ਹੈ ਤਾਂ ਪੈਰਾਬੋਲਿਕ, ਲੈਸ ਦੈਨ 0 ਹੈ ਇਟ ਵਿਲ ਬੀ ਇਲਿਪਟੀਕਲ। ਅਗਰ ਦੇਖੋ ਮਾਈਨਸ ਮਿਊ ਕੇ ਸਕੇਅਰ ਬਾਈ 2L ਸਕੇਅਰ ਦੇ ਬਰਾਬਰ ਆ ਜਾਏਗੀ ਤਾਂ ਇੱਥੇ ਜਦੋਂ ਇਹਨੂੰ E ਨੂੰ ਇੱਥੇ ਪੁੱਟ ਕਰੋਗੇ ਨਾ ਤਾਂ ਟਰਮ -1 ਹੋ ਜੂਗੀ। ਤਾਂ 1 - 1 ਵਿਲ ਬੀ 0, ਤਾਂ ਇਸੈਂਟ੍ਰਿਸਿਟੀ ਵਿਲ ਬੀ 0। ਅਤੇ 0 ਕਦੋਂ ਹੁੰਦੀ ਹੈ ਇਸੈਂਟ੍ਰਿਸਿਟੀ? ਜਦੋਂ ਸਾਡੇ ਕੋਲ ਕਿਹੜਾ ਟ੍ਰੈਜੈਕਟਰੀ ਹੋਵੇ ਸਰਕੂਲਰ। ਸੋ ਫਰੋਮ ਹੀਅਰ ਅਸੀਂ ਇਨਫਰ ਕਰ ਸਕਦੇ ਹਾਂ ਕਿ ਕਿੱਦਾਂ ਦਾ ਪਾਥ ਫੋਲੋ ਕਰੇਗੀ, ਹੈ ਨਾ, ਜੋ ਵੀ ਅਸੀਂ ਬਾਡੀ ਨੂੰ ਸਟੱਡੀ ਕਰ ਰਹੇ ਹਾਂ ਅੰਡਰ ਦਿਸ ਇਨਵਰਸ ਸਕੇਅਰ ਫੋਰਸ ਫੀਲਡ। ਅਤੇ ਐਜ਼ ਵੀ ਨੋ ਜੋ ਐਨਰਜੀ ਹੁੰਦੀ ਹੈ ਇਟ ਵਿਲ ਬੀ ਨੈਗੇਟਿਵ ਹੇਅਰ, ਸੋ the path it will follow will be elliptical, it will look somewhat like this। ਸੋ ਇੱਥੋਂ ਅਸੀਂ ਪਾਥ ਸਟੱਡੀ ਕਰ ਲਵਾਂਗੇ ਕਿ ਇਹਦਾ ਪਾਥ ਕੀ ਹੈ, ਐਲਿਪਟੀਕਲ ਆਏਗਾ, ਠੀਕ ਹੈ। ਜਿਹੜੇ A ਐਂਡ B ਦੇ ਟਰਨਿੰਗ ਪੁਆਇੰਟਸ ਹੋਣਗੇ ਜਿਹੜੇ ਕਿ ਤੁਸੀਂ ਸੁਣੇ ਵੀ ਹੋਣਗੇ ਟਰਮਨੋਲੋਜੀਜ਼ ਕਿ ਐਪੀਹੈਲੀਅਨ, ਅਫੈਲੀਅਨ ਐਂਡ ਪੈਰੀਹੈਲੀਅਨ। ਸੋ ਦੀਜ਼ ਆਰ ਦੀ ਪੁਆਇੰਟ, ਜਿਹੜਾ ਨੇੜੇ ਵਾਲਾ ਹੁੰਦਾ ਪੈਰੀਹੈਲੀਅਨ ਹੁੰਦਾ ਹੈ, ਦੂਰ ਵਾਲਾ ਅਫੈਲੀਅਨ ਹੁੰਦਾ ਹੈ, ਠੀਕ ਹੈ। ਇਹ ਟਰਨਿੰਗ ਪੁਆਇੰਟਸ ਆ ਜਾਣਗੇ। ਪਾਥ ਕਿੱਦਾਂ ਦਾ ਹੋਏਗਾ ਇਹਦਾ ਐਲਿਪਟੀਕਲ ਹੋਏਗਾ। ਕਿਹਦੇ 'ਤੇ ਡਿਪੈਂਡ ਕਰਦਾ ਇਹ ਐਨਰਜੀ 'ਤੇ, ਕਿਉਂਕਿ ਇਹ ਬਾਊਂਡ motion है तो energy is less than 0 होगी, that is why the path it will follow will be elliptical। Okay ji, I hope this article is clear to you. If you are having any doubts, ask me in the class।